ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੀ ਸਾਧ ਸੰਗਤ ਜੀਓ, ਆਪਾਂ ਇੱਕ ਸੰਗਤ ਰੂਪ ਦੇ ਵਿੱਚ ਸਤਿਗੁਰਾਂ ਦੇ ਉਪਦੇਸ਼ ਨੂੰ ਵਿਚਾਰੀਏ। ਸਤਿਗੁਰਾਂ ਦੇ ਉਪਦੇਸ਼ ਨੂੰ ਸਮਝੀਏ ਤੇ ਨਾਲ ਨਾਲ ਆਪਣੇ ਜੀਵਨ ਦੇ ਵਿੱਚ ਕਮਾਉਣਾ ਕਰੀਏ, ਤਾਂ ਕਿ ਜੋ ਮਨੁੱਖਾ ਜਨਮ ਆਪਾਂ ਨੂੰ ਪ੍ਰਾਪਤ ਹੋਇਆ ਹੈ, ਇਹ ਮਨੁੱਖਾ ਦੇ ਹੀ ਜੋ ਕਿ ਦੁਰਲੱਭ ਦੇਹ ਹੈ, ਉਹ ਆਪਾਂ ਨੂੰ ਪ੍ਰਾਪਤ ਹੋਈ ਹੈ, ਉਸ ਦਾ ਆਪਾਂ ਲਾਹਾ ਖੱਟ ਸਕੀਏ। ਕਿਉਂਕਿ ਇਹ ਜਿਹੜਾ ਮਨੁੱਖਾ ਜਨਮ ਹੈ, ਇਹ ਸਾਨੂੰ ਬਾਰ-ਬਾਰ ਪ੍ਰਾਪਤ ਨਹੀਂ ਹੁੰਦਾ। ਯੁੱਗ ਬੀਤ ਜਾਂਦੇ ਨੇ ਇਸ ਦੇਹੀ ਨੂੰ ਪ੍ਰਾਪਤ ਕਰਨ ਵਾਸਤੇ, ਤੇ ਹੁਣ ਮੌਕਾ ਹੈ ਪ੍ਰਭੂ ਸਿਮਰਨ ਦਾ। ਤੇ ਮਹਾਰਾਜ ਸਮਝਾਉਂਦੇ ਨੇ ਕਿ ਹੁਣ ਆਪਾਂ ਸਿਮਰਨਾ ਹੈ। ਸਮਝਾਉਂਦੇ ਨੇ ਸਤਿਗੁਰੂ ਜੀ, ਫਿਰਤ ਫਿਰਤ ਬਹੁਤੇ ਜੁਗ ਹਾਰਿਓ, ਮਾਨਸ ਦੇ ਲਹੀ ਨਾਨਕ ਕਹਿਤ ਮਿਲਣ ਕੀ ਬਰੀਆ, ਸਿਮਰਤ ਕਹਾ ਨਹੀਂ। ਇਹ ਮੌਕਾ ਹੈ, ਇਹ ਬਾਰੀ ਹੈ। ਆਓ ਆਪਾਂ ਪਹਿਲਾਂ ਥੋੜ੍ਹੀ ਵਿਚਾਰ ਕਰਦੇ ਹਾਂ ਤੇ ਫਿਰ ਆਪਾਂ ਨਾਲ ਧਿਆਨ ਲਗਾਵਾਂਗੇ, ਕਿਉਂਕਿ ਪਰਮੇਸ਼ਰ ਧਿਆਨ ਦੇ ਵਿੱਚ ਹੈ। ਸਿਰਫ ਉਸ ਨੂੰ ਆਪਾਂ ਧਿਆ ਸਕਦੇ ਹਾਂ, ਕਹਿਣ ਕਹਾਉਣ ਦੇ ਵਿੱਚ ਨਹੀਂ ਹੈ, ਲੇਖੇ ਦੇ ਵਿੱਚ ਨਹੀਂ ਹੈ। ਆਪਾਂ ਵਿਚਾਰਦੇ ਸੀ ਪਹਿਲਾਂ ਸ੍ਰੀ ਰਾਗ ਦੀ ਬਾਣੀ। ਆਓ ਅੱਜ ਆਪਾਂ ਵਿਚਾਰਾਂਗੇ ਜਿਸ ਦੇ ਵਿੱਚ ਸਤਿਗੁਰੂ ਜੀ ਸਾਨੂੰ ਸਮਝਾਉਂਦੇ ਨੇ ਕਿ ਜੋ ਆਪਣਾ ਇਹ ਜੀਵਨ ਹੈ, ਇਹ ਜੀਵਨ ਸਾਡਾ ਕਿੱਥੋਂ ਸ਼ੁਰੂ ਹੋ ਜਾਂਦਾ ਹੈ। ਕਿਉਂਕਿ ਇਸ ਦੀ ਸ਼ੁਰੂਆਤ ਮਾਤਾ ਦੇ ਗਰਭ ਤੋਂ ਹੁੰਦੀ ਹੈ। ਮਾਤਾ ਪਿਤਾ ਦੇ ਸੰਯੋਗ ਦੇ ਨਾਲ ਰਕਤ ਬਿੰਦ ਤੋਂ ਇਹ ਸਾਡਾ ਜਿਹੜਾ ਸਰੀਰ ਹੈ, ਇਹ ਪੈਦਾ ਹੁੰਦਾ ਹੈ ਤੇ ਨਾਲ ਜੋਤ ਨੂੰ ਰੱਖਿਆ ਜਾਂਦਾ ਹੈ। ਮਹਾਰਾਜ ਸਮਝਾਉਂਦੇ ਨੇ ਜਿਹੜਾ ਆਪਣਾ ਜੀਵਨ ਹੈ, ਇਸ ਨੂੰ 4 ਪਹਿਰਾਂ ਦੇ ਵਿੱਚ ਵੰਡਿਆ ਹੈ। ਜਿਵੇਂ ਰਾਤ 4 ਪਹਿਰ ਦੀ ਤੇ 4 ਪਹਿਰ ਦਾ ਦਿਨ ਹੈ, ਇੱਦਾਂ ਆਪਣੇ ਜੀਵਨ ਨੂੰ 4 ਪਹਿਰਾਂ ਦੇ ਵਿੱਚ ਵੰਡਿਆ ਹੈ। ਆਓ ਵਿਚਾਰ ਕਰਦੇ ਹਾਂ ਕਿ ਕਿਵੇਂ ਸਾਡਾ ਇਹ ਜੀਵਨ ਸ਼ੁਰੂ ਹੁੰਦਾ ਹੈ। ਇਸ ਮਨੁੱਖਾ ਜਨਮ ਦੀ, ਇਸ ਮਨੁੱਖਾ ਜੀਵਨ ਦੀ ਸ਼ੁਰੂਆਤ ਕਿੱਥੋਂ ਹੁੰਦੀ ਹੈ। ਮਹਾਰਾਜ ਸਮਝਾਉਂਦੇ ਨੇ, ਪਹਿਲਾ ਪਹਿਰਾ ਰੈਣ ਕੈ ਵਣਜਾਰਿਆ ਮਿੱਤਰਾ। ਹੁਣ ਮਨ ਨੂੰ ਸਤਿਗੁਰੂ ਜੀ ਵਣਜਾਰਾ ਕਹਿੰਦੇ ਨੇ, ਕਿਉਂਕਿ ਆਪਾਂ ਇਹ ਮਨੁੱਖਾ ਦੇਹੀ ਦੇ ਵਿੱਚ ਆਪਾਂ ਵਣਜ ਕਰਨ ਵਾਸਤੇ ਆਉਂਦੇ ਹਾਂ।
ਬੇਸ਼ੱਕ ਆਪਾਂ ਨੂੰ ਕੁਝ ਸਮੇਂ ਵਾਸਤੇ ਇਹ ਸਰੀਰ ਮਿਲਦਾ ਹੈ, ਜਿਸ ਨੂੰ 4 ਅਵਸਥਾ ਦੇ ਵਿਚਰ ਕੇ ਇਹ ਸਮਾਂ ਬੀਤ ਜਾਂਦਾ, ਇਹ ਸਰੀਰ ਨਾਸ ਹੋ ਜਾਂਦਾ ਹੈ। ਮਨ ਨੂੰ ਨਿਰੰਕਾਰ ਦੇ ਦੇਸ਼ ਤੋਂ ਇਸ ਸੰਸਾਰ ਦੇ ਵਿੱਚ, ਜੋ ਕਾਲ ਦਾ ਦੇਸ਼ ਹੈ, ਇੱਥੇ ਵਣਜਾਰਾ ਬਣਾ ਕੇ ਪਰਮੇਸ਼ਰ ਭੇਜਦਾ ਹੈ, ਸਵਾਸਾਂ ਰੂਪੀ ਧਨ ਦੇ ਕੇ, ਸਮਾਂ ਦੇ ਕੇ। ਉਸ ਸਮੇਂ ਦੇ ਵਿੱਚ ਆਪਾਂ ਨੇ ਇੱਥੇ ਵਣਜ ਕਰਨਾ ਹੁੰਦਾ ਹੈ। ਵਣਜ ਕਿਹੜਾ ਕਰਨਾ ਹੁੰਦਾ ਹੈ? ਨਾਮ ਦਾ। ਕਿਉਂਕਿ ਨਾਮ ਦਾ ਵਣਜ ਜਿਹੜਾ ਹੈ ਉਹ ਆਪਾਂ ਇੱਥੇ ਵੀ ਉਸ ਨੂੰ ਭੋਗਦੇ ਹਾਂ ਤੇ ਸਾਡੇ ਨਾਲ ਵੀ ਜਾਂਦਾ ਹੈ। ਜਿਸ ਦਿਨ ਸਮਾਂ ਸਮਾਪਤ ਹੋ ਜਾਂਦਾ ਹੈ ਸੰਸਾਰ ਦਾ, ਇਸ ਸਰੀਰ ਦਾ, ਤੇ ਫਿਰ ਆਪਾਂ, ਸਾਡਾ ਜਿਹੜਾ ਮਨ ਹੈ, ਜਦੋਂ ਇਸ ਤਨ ਨੂੰ ਛੱਡ ਕੇ, ਸੰਸਾਰ ਨੂੰ ਛੱਡ ਕੇ ਅੱਗੇ ਜਾਂਦਾ ਹੈ ਪਰਲੋਕ ਦੇ ਵਿੱਚ, ਉਹ ਤਨ ਵੀ ਸਾਡੇ ਨਾਲ ਨਿਭਦਾ ਹੈ। ਇਸ ਕਰਕੇ ਸਤਿਗੁਰੂ ਜੀ ਸਮਝਾਉਂਦੇ ਨੇ, ਵਣਜ ਕਰੋ ਵਣਜਾਰਿਓ ਵੱਖਰ ਲਿਹੋ ਸਮਾਲ, ਤੈਸੀ ਵਸਤ ਵਸਾਈਐ ਜੈਸੀ ਨਿਭ ਹੈ ਨਾਲ, ਆਗੈ ਸਾ ਸੁਜਾਨ ਹੈ ਲੈਸੀ ਬਸਤ ਸਮਾਲ। ਵੀ ਉਹ ਵਣਜ ਕਰਨਾ ਹੈ ਜਿਹੜਾ ਸਾਡੇ ਨਾਲ ਨਿਭਣਾ ਹੈ। ਕਿਹੜਾ ਹੈ? ਭਾਈ ਰੇ ਰਾਮ ਕਹੋ ਚਿਤ ਲਾਏ, ਹਰ ਜਸ ਵੱਖਰ ਲੈ ਚਲੋ ਸੋ ਦੇਖੈ ਪਤੀ ਆਏ। ਚਿੱਤ ਜੋੜਨਾ ਹੈ ਨਾਮ ਦੇ ਨਾਲ। ਇਹ ਵੱਖਰਾ ਆਪਾਂ ਲੈ ਕੇ ਚੱਲਾਂਗੇ, ਇਸ ਨੂੰ ਅੱਗੇ ਮਾਲਕ ਸੰਭਾਲਦਾ ਹੈ। ਕਿਉਂਕਿ ਐਸਾ ਤਨ ਹੈ ਜਿਸ ਨੂੰ ਕੋਈ ਚੁਰਾ ਨਹੀਂ ਸਕਦਾ, ਜਿਸ ਨੂੰ ਕੋਈ ਅਗਨ ਜਲਾ ਨਹੀਂ ਸਕਦੀ, ਪਾਣੀ ਡੋਬ ਨਹੀਂ ਸਕਦਾ, ਪੌਣ ਉਡਾ ਨਹੀਂ ਸਕਦੀ, ਕੋਈ ਚੋਰ ਤਸਕਰ ਜਿਸ ਨੂੰ ਖੋ ਨਹੀਂ ਸਕਦਾ। ਇਸ ਕਰਕੇ ਮਨ ਨੂੰ ਸਮਝਾਉਂਦੇ ਨੇ ਕਿ ਹੇ ਮਿੱਤਰ ਵਣਜਾਰੇ, ਤੂੰ ਸੰਸਾਰ ਦੇ ਵਿੱਚ ਆਇਆ ਹੈ, ਤੂੰ ਕਿਵੇਂ ਆਇਆ ਹੈ? ਪਹਿਲਾ ਪਹਿਰ ਕਿਵੇਂ ਹੈ? ਪਹਿਲੇ ਪਹਿਰੇ ਰਹਿਣ ਕੇ ਵਣਜਾਰਿਆ ਮਿੱਤਰਾ ਹੁਕਮ ਪਿਆ ਗਰਭਾਸ। ਗਰਭ ਦੇ ਵਿੱਚ ਸਰੀਰ ਪੈਦਾ ਹੁੰਦਾ ਹੈ, 9 ਮਹੀਨੇ ਮਾਤਾ ਦੇ ਗਰਭ ਦੇ ਵਿੱਚ ਰਹਿੰਦਾ ਹੈ। 10ਵੇਂ ਮਹੀਨੇ ਸਰੀਰ ਦਾ ਜਨਮ ਹੋ ਜਾਂਦਾ ਹੈ। ਤਕਰੀਬਨ 40 ਹਫ਼ਤੇ ਦਾ ਸਮਾਂ ਜਿਹੜਾ ਹੈ ਉਹ ਮਾਤਾ ਦੇ ਗਰਭ ਦੇ ਵਿੱਚ ਬੱਚੇ ਦਾ ਸਰੀਰ ਤਿਆਰ ਹੁੰਦਾ ਹੈ, ਜਿਹੜਾ ਸਹੀ ਸਮਾਂ ਹੈ। ਕਿਉਂਕਿ ਕੁਝ ਸਮਾਂ ਪਹਿਲਾਂ ਵੀ ਜਨਮ ਹੋ ਸਕਦਾ ਹੈ, ਕੁਝ ਸਮਾਂ ਜ਼ਿਆਦਾ ਵੀ ਜਾ ਸਕਦਾ ਹੈ, ਲੇਕਿਨ ਜਿਹੜਾ ਨੋਰਮਲ ਸਹੀ ਸਮਾਂ ਹੈ ਉਹ 40 ਹਫ਼ਤੇ ਹੈ। ਇਸ ਕਰਕੇ ਸਮਝਾਉਂਦੇ ਨੇ ਕਿ ਗਰਭ ਦੇ ਵਿੱਚ ਪਾ ਦਿੱਤਾ। ਉਰਦ ਤਪ ਅੰਤਰ ਕਰੇ ਵਣਜਾਰਿਆ ਮਿੱਤਰਾ, ਖਸਮ ਸੇਤੀ ਅਰਦਾਸ। ਇੱਥੇ ਜਿਹੜਾ ਸਰੀਰ ਹੈ ਮਾਤਾ ਦੇ ਗਰਭ ਦੇ ਵਿੱਚ ਤਿਆਰ ਹੁੰਦਾ ਹੈ ਤੇ ਮਨ ਤਪ ਕਰਦਾ ਹੈ। ਕਿੱਥੇ ਤਪ ਕਰਦਾ ਹੈ? ਮਾਤਾ ਦੇ ਨੇਤਰਾਂ ਦੇ ਵਿੱਚ, ਕਿਉਂਕਿ ਜੋਤ ਹੈ, ਜੋਤ ਨੇਤਰਾਂ ਦੇ ਵਿੱਚ ਹੀ ਰੱਖੀ ਜਾਣੀ ਹੈ, ਲੇਕਿਨ ਉਹ ਨੇਤਰ ਹਾਲੇ ਤਿਆਰ ਨਹੀਂ ਹੋਏ। ਕਿਉਂਕਿ 10 ਮਹੀਨਿਆਂ ਦੇ ਵਿੱਚ ਸਰੀਰ ਤਿਆਰ, 9 ਮਹੀਨਿਆਂ ਦੇ ਵਿੱਚ ਸਰੀਰ ਤਿਆਰ ਹੁੰਦਾ ਹੈ। ਇਸ ਕਰਕੇ ਮਨ ਕਿੱਥੇ ਬਿਠਾ ਦਿੱਤਾ? ਮਾਤਾ ਦੇ ਨੇਤਰਾਂ ਦੇ ਵਿੱਚ। ਤੇ ਨੇਤਰਾਂ ਦੇ ਵਿੱਚ ਬੈਠਾ ਨਾਲੇ ਤਾਂ ਮਾਲਕ ਦੀ ਭਗਤੀ ਕਰਦਾ ਹੈ। ਉਰਦ ਮਨ ਉਰਦ, ਕਿਉਂਕਿ ਨੇਤਰਾਂ 'ਚ ਬੈਠਾ, ਕਿੱਥੇ? ਸਵਾਸ ਧਿਆਨ ਲਗਾਈ ਬੈਠਾ ਜਿੱਥੋਂ ਸਵਾਸ ਆਉਂਦਾ ਹੈ। ਉਸ ਨੂੰ ਸਮਝਾਇਆ ਹੈ ਕਿ ਤੈਨੂੰ ਹੁਣ ਮਨੁੱਖਾ ਜਨਮ ਮਿਲਣਾ ਹੈ, ਤੈਨੂੰ ਵਣਜਾਰਾ ਬਣ ਕੇ ਜਾਣਾ ਹੈ। ਪਰ
ਇਹ ਮਨੁੱਖਾ ਸਰੀਰ ਤਿਆਰ ਹੋਣਾ ਹੈ, ਇਸ ਨੂੰ ਗਰਭ ਦੇ ਵਿੱਚ ਤਿਆਰ ਹੋਣਾ ਹੈ। ਇਸ ਕਰਕੇ ਉੱਥੇ ਬੈਠਾ ਅਰਦਾਸ ਕਰਦਾ ਹੈ, ਭਗਤੀ ਕਰਦਾ ਹੈ ਕਿ ਮੈਨੂੰ ਇਹ ਮਨੁੱਖਾ ਸਰੀਰ ਪ੍ਰਾਪਤ ਹੋ ਜਾਵੇ, ਤਾਂ ਕਿ ਮੈਂ ਜਾ ਕੇ ਵਣਜ ਕਰਕੇ ਐਸਾ ਵਣਜ ਕਰਾਂ ਕਿ ਮੈਂ ਸਦਾ ਵਾਸਤੇ ਮੁਕਤ ਹੋ ਜਾਵਾਂ। ਮੈਂ ਐਸਾ ਵਪਾਰ ਕਰਾਂ ਨਾਮ ਦਾ ਕਿ ਮੈਨੂੰ ਦੁਬਾਰਾ ਜੂਨਾਂ ਦੇ ਵਿੱਚ ਨਾ ਪਵੇ। ਇਸ ਕਰਕੇ ਮਾਲਕ ਦੇ ਨਾਲ ਜੁੜ ਜਾਂਦਾ ਹੈ, ਨਾਮ ਨਾਲ ਜੁੜ ਜਾਂਦਾ ਹੈ। ਉਰਦ ਖਸਮ ਸੇਤੀ ਅਰਦਾਸ ਵਖਾਣੈ, ਉਰਦ ਧਿਆਨ ਲਿਵ ਲਾਗਾ। ਮਾਰੇ ਕਹਿੰਦੇ ਧਿਆਨ ਲਿਵ ਜੁੜੀ ਹੁੰਦੀ ਹੈ ਕਿ ਕਿੱਲੇ ਮਾਲਕ ਨਾਲ ਕਿਵੇਂ ਜੁੜਦੀ ਹੈ? ਧਿਆਨ ਦੁਆਰਾ। ਉਰਦ ਜਿਵੇਂ ਆਪਾਂ ਦੇਖਦੇ ਹਾਂ ਕਿ ਮਨ ਪਹਿਲਾਂ ਨੀਚੇ ਨੂੰ ਧਿਆਨ ਲਗਾਉਂਦਾ ਹੈ। ਜਿਵੇਂ ਬੱਚੇ ਦਾ ਸਰੀਰ ਵੀ ਮਾਤਾ ਦੇ ਗਰਭ ਦੇ ਵਿੱਚ ਨੀਚੇ ਨੂੰ ਮੁੱਖ ਹੁੰਦਾ ਹੈ, ਪੈਰ ਉੱਤੇ ਹੁੰਦੇ ਨੇ, ਇੱਦਾਂ ਸਾਡਾ ਮਨ ਵੀ ਜਿਹੜਾ ਹੈ ਉਰਦ ਤਪ ਕਰਦਾ ਹੈ। ਖਸਮ ਸੇਤੀ ਅਰਦਾਸ ਵਖਾਣੈ, ਉਰਦ ਧਿਆਨ ਲਿਵ ਲਾਗਾ। ਨਾ ਮਰਜਾਦ ਆਇਆ ਕਲ ਪੀਤਰ, ਬਹੁੜ ਜਾਸੀ ਨਾਗਾ। ਹੁਣ ਇੱਥੇ ਜਿਹੜਾ ਇਹ ਸ਼ਬਦ ਹੈ, ਕਿਉਂਕਿ ਗੁਰਬਾਣੀ ਨੂੰ ਪਦਛੇਦ ਕਰ ਦਿੱਤਾ ਹੈ, ਜਿਹੜੀ ਕਿ ਗੁਰਬਾਣੀ ਲਗਾਤਾਰ ਜਦੋਂ ਗੁਰੂ ਸਾਹਿਬਾਨਾਂ ਨੇ ਪਹਿਲੀਆਂ ਜਿਹੜੀਆਂ ਮਹਾਰਾਜ ਦੇ ਸਰੂਪ ਪ੍ਰਕਾਸ਼ ਹੋਏ, ਉਸ ਦੇ ਵਿੱਚ ਲਗਾਤਾਰ ਬਾਣੀ ਲਿਖੀ ਹੋਈ ਸੀ, ਜਿਸ ਨੂੰ ਬਾਅਦ ਦੇ ਵਿੱਚ ਪਦਛੇਦ ਕਰ ਦਿੱਤਾ ਗਿਆ। ਕਿਤੇ ਕਿਤੇ ਉਹ ਪਦਛੇਦ ਜਿਹੜਾ ਹੈ, ਕਿਉਂਕਿ ਵਿਦਵਾਨਾਂ ਦੁਆਰਾ ਕੀਤਾ ਗਿਆ ਹੈ, ਕਿਤੇ ਕਿਤੇ ਉਸ ਨੂੰ ਗਲਤ ਵੀ ਕੀਤਾ ਗਿਆ ਹੈ। ਜਿਵੇਂ ਇੱਥੇ ਇਹ ਸ਼ਬਦ ਲਿਖਿਆ ਹੈ, ਨਾ ਮਰਜਾਦ ਆਇਆ ਕਲ ਪੀਤਰ, ਤੇ ਇੱਥੇ ਹੈ ਨਾਮ ਰਜਾਦ, ਵੀ ਨਾਮ ਦੀ ਰਜਾ ਦੁਆਰਾ, ਨਾਮ ਦੇ ਧਿਆਉਂਦਾ ਹੋਇਆ ਤੇ ਸਾਡਾ ਮਨ ਕਿੱਥੇ ਆ ਗਿਆ? ਸੰਸਾਰ ਦੇ ਵਿੱਚ। ਨਾਮ ਨਾਲ ਜੁੜਿਆ ਸੀ, ਹੁਕਮ ਦੇ ਵਿੱਚ, ਰਜਾ ਦੇ ਵਿੱਚ, ਸੰਸਾਰ ਦੇ ਵਿੱਚ ਆ ਗਿਆ। ਕਲ ਪੀਤਰ ਬਹੁੜ ਜਾਸੀ ਨਾਗਾ। ਤੇ ਜਿਹੜਾ ਮਨ ਹੈ ਇੱਥੇ ਆ ਗਿਆ, ਮਹਾਰਾਜ ਸਮਝਾਉਂਦੇ ਨੇ, ਇੱਥੇ ਆ ਕੇ ਜੇ ਹੁਣ ਅਸੀਂ ਜਾਵਾਂਗੇ, ਨਾਮ ਨਹੀਂ ਧਿਆਇਆ, ਤੇ ਸਾਨੂੰ ਫਿਰ ਨੰਗੇ ਜਾਣਾ ਪਏਗਾ। ਕਿਉਂਕਿ ਮਨ ਦੇ ਵਾਸਤੇ ਦੋ ਕੱਪੜੇ ਨੇ, ਇੱਕ ਤਾਂ ਨਾਮ ਦਾ ਕੱਪੜਾ ਹੈ ਤੇ ਇੱਕ ਮਾਇਆ ਰੂਪੀ ਕੱਪੜਾ ਹੈ। ਜਦੋਂ ਸੰਸਾਰ ਦੇ ਵਿੱਚ ਆ ਜਾਂਦਾ ਹੈ ਮਨ, ਫਿਰ ਸਾਡਾ ਇਸ ਮਾਇਆ ਰੂਪੀ ਕੱਪੜੇ ਨੂੰ ਪਹਿਨ ਲੈਂਦਾ, ਜਿਸ ਨੂੰ ਗੁਰਬਾਣੀ ਦੇ ਵਿੱਚ ਤਨ ਨੂੰ ਮਾਇਆ ਕਿਹਾ ਹੈ। ਇਹ ਤਨ ਮਾਇਆ ਪਾਇਆ ਪਿਆਰੇ, ਲੀਤੜਾ ਲੱਭ ਰੰਗਾਏ। ਤੇ ਸਰੀਰ ਜਿਹੜਾ ਕੱਪੜਾ ਹੈ ਮਾਇਆ ਦਾ, ਇਹ ਨਾਲ ਨਹੀਂ ਜਾਂਦਾ। ਜਿਸ ਦਿਨ ਜਾਣਾ ਹੈ, ਕਿਉਂਕਿ ਜਾਣਾ ਕਦੇ ਵੀ ਪੈ ਸਕਦਾ ਹੈ। ਜਦੋਂ ਜਨਮ ਹੋ ਗਿਆ, ਉਸ ਤੋਂ ਬਾਅਦ ਕਿਸੇ ਸਮੇਂ ਵੀ ਇਸ ਸਰੀਰ ਨੂੰ ਛੱਡਣਾ ਪੈ ਸਕਦਾ ਹੈ। ਬਚਪਨ, ਜਵਾਨੀ, ਬਿਰਧ, 3 ਅਵਸਥਾ, 12 ਸਾਲ ਤੱਕ ਦਾ ਜਿਹੜਾ ਸਾਡਾ ਬਚਪਨ ਬਾਲ ਅਵਸਥਾ ਹੈ। ਉਸ ਤੋਂ ਬਾਅਦ ਫਿਰ ਜਵਾਨੀ ਦੀ ਅਵਸਥਾ ਆਉਂਦੀ ਹੈ ਦੂਜੀ, ਜਿੱਥੇ ਸੋਝੀ ਆਉਂਦੀ ਹੈ ਜੀਵ ਨੂੰ। ਇੱਦਾਂ ਹੀ ਕਈ ਅਵਸਥਾ ਦੱਸੀਆਂ ਨੇ ਗੁਰਬਾਣੀ ਦੇ ਵਿੱਚ ਕਿ ਇੱਦਾਂ 10 ਸਾਲ, ਫਿਰ 20 ਸਾਲ, ਫਿਰ 30 ਸਾਲ ਦੀ ਅਵਸਥਾ ਵੀ ਦੱਸੀ ਹੈ। ਇਹ ਤਾਂ ਸਮਝਾਉਂਦੇ ਨੇ ਸਤਿਗੁਰੂ ਜੀ। ਪਰ ਫਿਰ ਜੇ ਜਾਣਾ ਹੈ, ਜੇ ਨਾਮ ਨੂੰ ਭੁੱਲ ਗਿਆ,
ਮਾਇਆ ਦਾ ਕੱਪੜਾ ਪਹਿਨ ਲਿਆ ਤੇ ਫਿਰ ਇਸ ਨੂੰ ਨਾਂਗਾ ਹੀ ਜਾਣਾ ਪਏਗਾ। ਜੈਸੀ ਕਲਮ ਬੁੜੀ ਹੈ ਮਸਤਕ, ਤੈਸੀ ਜੀੜ ਹੈ ਪਾਸ। ਇਹਦਾ ਮਤਲਬ ਸਮਝਾਉਂਦੇ ਨੇ ਵੀ ਹਾਲੇ ਜਿਹੜਾ ਉਹ ਮਨ ਹੈ ਕਲਯੁਗ ਦੇ ਵਿੱਚ, ਕਾਲ ਦੇ ਦੇਸ਼ ਦੇ ਵਿੱਚ ਆ ਗਿਆ, ਲੇਕਿਨ ਉਸ ਨੂੰ ਹਾਲੇ ਗਿਆਨ ਵੀ ਹੈ ਵੀ ਮੈਂ ਕਿਸ ਕਾਰਜ ਵਾਸਤੇ ਆਇਆ ਹਾਂ। ਉਸ ਨੂੰ ਸੋਝੀ ਹੈ, ਕਿਉਂਕਿ ਨਾਮ ਦੇ ਨਾਲ ਜੁੜਿਆ ਸੀ, ਮਾਤਾ ਦੇ ਗਰਭ ਦੇ ਵਿੱਚ ਸੰਸਾਰ 'ਚ ਆਇਆ, ਉਸ ਨੂੰ ਨਾਮ ਦੀ ਸੋਝੀ ਵੀ ਹੈ। ਪਰ ਉਹ ਲਿਵ ਟੁੱਟਦੀ ਹੈ ਫਿਰ ਜੁੜਦੀ ਹੈ, ਕਿਉਂਕਿ ਜਦੋਂ ਦੋ ਨੇਤਰਾਂ 'ਚ ਦੋ ਜੋਤਾਂ ਹੋ ਜਾਂਦਾ ਹੈ ਫਿਰ ਲਿਵ ਟੁੱਟ ਜਾਂਦੀ ਹੈ ਜਦੋਂ ਜਨਮ ਹੋ ਜਾਂਦਾ ਹੈ। ਲੇਕਿਨ ਲਿਵ ਟੁੱਟਦੀ ਹੈ, ਬੱਚਾ ਰੋਂਦਾ ਹੈ ਤੇ ਪਰਮੇਸ਼ਰ ਫਿਰ ਉਸ ਦੀ ਲਿਵ ਜੋੜ ਦਿੰਦਾ ਹੈ। ਜਦੋਂ ਲਿਵ ਜੁੜਦੀ ਹੈ, ਦਰਸ਼ਨ ਹੁੰਦੇ ਨੇ, ਫਿਰ ਖੁਸ਼ ਹੁੰਦਾ ਹੈ, ਹੱਸਦਾ ਹੈ, ਫਿਰ ਲਿਵ ਤੋੜ ਦਿੰਦਾ ਹੈ, ਫਿਰ ਬੱਚਾ ਰੋਂਦਾ ਹੈ, ਕਿਉਂਕਿ ਉਸ ਨੂੰ ਹੌਲੀ ਹੌਲੀ ਉਸ ਦੀ ਪ੍ਰੀਖਿਆ ਲੈਣ ਵਾਸਤੇ ਹੌਲੀ ਹੌਲੀ ਤਕਰੀਬਨ 1 ਸਾਲ ਦੇ ਵਿੱਚ ਉਸ ਨੂੰ ਪੂਰੀ ਤਰ੍ਹਾਂ ਭੁਲਾ ਦਿੰਦਾ ਹੈ। ਮਹਾਰਾਜ ਸਮਝਾਉਂਦੇ ਨੇ ਕਿ ਹਾਲੇ ਜਦੋਂ ਜਨਮ ਲਿਆ, ਹਾਲੇ ਉਸ ਨੂੰ ਪਤਾ ਹੈ ਨਾਮ ਦਾ, ਸੋਝੀ ਹੈ, ਪਰ ਉਹ ਦੱਸ ਨਹੀਂ ਸਕਦਾ, ਕਿਉਂਕਿ ਹਾਲੇ ਉਸ ਦੇ ਕੋਲ ਜ਼ੁਬਾਨ ਨਹੀਂ ਹੈ, ਉਹ ਬੋਲਦਾ ਨਹੀਂ, ਇਸ ਕਰਕੇ ਕਿਸੇ ਨੂੰ ਦੱਸ ਨਹੀਂ ਸਕਦਾ। ਜਦ ਨੂੰ ਸਮਾਂ ਆਉਂਦਾ ਹੈ, ਬੋਲਣ ਲੱਗਦਾ ਹੈ, ਉਦੋਂ ਤੱਕ ਉਸ ਨੂੰ ਭੁੱਲ ਜਾਂਦਾ ਹੈ। ਕਹੋ ਨਾਨਕ ਪ੍ਰਾਣੀ ਪਹਿਲੇ ਪੈਰੇ, ਹੁਕਮ ਪਿਆ ਗਰਭਾਸ। ਅਰੇ ਕਹਿੰਦੇ ਇੱਦਾਂ ਪਹਿਲਾ ਪੈਰ ਤਾਂ ਗਰਭ ਦੇ ਵਿੱਚ ਹੀ ਨਿਕਲ ਜਾਂਦਾ ਆਪਣੇ ਜੀਵਨ ਦਾ। ਦੂਜੇ ਪੈਰੇ ਰਹਿਣ ਕੇ ਵਣਜਾਰਿਆ ਮਿੱਤਰਾ, ਵਿਸਰ ਗਿਆ ਧਿਆਨ। ਫਿਰ ਕੀ ਹੋਇਆ, ਜਦੋਂ ਇੱਥੇ ਆਇਆ, ਸੰਸਾਰ ਦੇ ਵਿੱਚ ਆ ਗਿਆ, ਇੱਥੇ ਆ ਕੇ ਫਿਰ ਉਹਦਾ ਧਿਆਨ ਵਿਸਰ ਜਾਂਦਾ, ਲਿਵ ਟੁੱਟ ਜਾਂਦੀ ਹੈ। ਹੱਥੋਂ ਹੱਥ ਨਚਾਈਏ ਵਣਜਾਰਿਆ ਮਿੱਤਰਾ, ਜਿਉਂ ਜਸੁਦਾ ਕਰ ਕਾਨ। ਮੈਂ ਸਮਝਾਉਂਦੇ ਨੇ ਕਿ ਇੱਥੇ ਸਾਨੂੰ ਜਦੋਂ ਬੱਚਾ ਜਨਮ ਲੈਂਦਾ ਹੈ, ਮਾਂ ਬਾਪ ਨੂੰ ਜੋ ਹੋਰ ਸਕੇ ਸੰਬੰਧੀ ਉਹਨਾਂ ਨੂੰ ਚਾਅ ਹੁੰਦਾ, ਬੱਚੇ ਦੇ ਨਾਲ ਲਾਡ ਹੁੰਦਾ, ਉਸ ਨੂੰ ਗੋਦੀ 'ਚ ਚੱਕਦੇ ਨੇ, ਉਸ ਨੂੰ ਖਿਡਾਉਂਦੇ ਨੇ। ਇੱਦਾਂ ਸਮਝਾਉਂਦੇ ਨੇ ਕਿ ਫਿਰ ਵਿਸਰ ਜਾਂਦਾ ਹੈ ਧਿਆਨ, ਕਿਉਂਕਿ ਪਹਿਲਾਂ ਜਿਹੜਾ ਪਿਆਰ ਹੈ ਦੁੱਧ ਨਾਲ ਪੈ ਜਾਂਦਾ, ਫਿਰ ਮਾਂ ਬਾਪ ਨਾਲ ਪੈ ਜਾਂਦਾ ਹੈ, ਫਿਰ ਭੈਣ ਭਰਾਵਾਂ ਦੇ ਨਾਲ ਪਿਆਰ ਪੈ ਜਾਂਦਾ ਹੈ, ਜਿਸ ਨੂੰ ਮਹਾਰਾਜ ਸਮਝਾਉਂਦੇ ਨੇ ਪਹਿਲਾ ਪਿਆਰ ਲੱਗਾ ਥਨ ਦੁੱਧ, ਦੂਜੇ ਮਾਏ ਬਾਪ ਦੀ, ਤੀਜੇ ਪਈਆ ਪਾਪੀ ਬੇਵ, ਚੌਥੇ ਪਿਆਰ ਉਪੰਨੀ ਖੇੜ। ਇੱਦਾਂ ਇਸ ਨੂੰ ਵਿਸਰ ਜਾਂਦਾ ਹੈ। ਮਹਾਰਾਜ ਸਮਝਾਉਂਦੇ ਨੇ ਬੱਚੇ ਨੂੰ ਕਿ ਜਿਵੇਂ ਜਸੁਦਾ ਸੀ, ਜਿਹੜੀ ਕ੍ਰਿਸ਼ਨ ਜੀ ਦੀ ਮਾਤਾ ਸੀ, ਕਿਉਂਕਿ ਕ੍ਰਿਸ਼ਨ ਜੀ ਨੂੰ ਜਨਮ ਦੇਵਕੀ ਜੀ ਨੇ ਦਿੱਤਾ ਤੇ ਜਿਸ ਨੇ ਪਾਲਿਆ ਉਹ ਜਸੋਦਾ ਕਹਿੰਦੇ ਆ ਜਿਸ ਨੂੰ। ਇੱਦਾਂ ਹੀ ਇੱਥੇ ਜਿਹੜਾ ਫਿਰ ਨਚਾਉਂਦੇ ਹਨ ਮਾਂ ਬਾਪ, ਉਸ ਨੂੰ ਲਾਡ ਕਰਦੇ ਨੇ। ਹੱਥੋਂ ਹੱਥ ਨਚਾਈਏ ਪ੍ਰਾਣੀ, ਮਾਤ ਕਹੇ ਸੁਤ ਮੇਰਾ। ਕਹਿੰਦੇ ਇੱਦਾਂ ਨਾਲ ਤਾਂ ਲੜਾਉਂਦੇ ਨੇ, ਨਾਲੇ ਮਾਤਾ ਕਹਿੰਦੀ ਇਹ ਮੇਰਾ ਪੁੱਤਰ ਹੈ। ਚੇਤ ਅਚੇਤ ਮੂੜ ਮਨ ਮੇਰੇ, ਅੰਤ ਨਹੀਂ ਕਛ ਤੇਰਾ। ਪਰ ਇੱਥੇ ਫਿਰ ਅਸੀਂ ਆਪਣਾ ਬਣਾ ਲੈਂਦੇ ਹਾਂ, ਇੱਥੇ ਸਾਡੇ ਬਹੁਤ ਸਾਰੇ ਰਿਸ਼ਤੇ ਜੁੜ ਜਾਂਦੇ ਨੇ। ਮਾਤਾ ਪਿਤਾ ਕਹਿੰਦੇ ਸਾਡਾ ਇਹ ਪੁੱਤਰ ਹੈ, ਦਾਦਾ ਦਾਦੀ ਕਹਿੰਦੇ ਸਾਡਾ ਪੋਤਰਾ ਹੈ, ਬਹੁਤ ਸਾਰੇ ਆਪਣੇ ਰਿਸ਼ਤੇ ਜੁੜ ਜਾਂਦੇ ਨੇ ਤੇ ਸਮਝਾਉਂਦੇ ਨੇ, ਪਰ ਅੰਤ ਸਮੇਂ ਫਿਰ ਕਿਸੇ ਨੇ ਸਾਥ ਨਹੀਂ ਦੇਣਾ ਹੁੰਦਾ। ਇਸ ਕਰਕੇ ਮਹਾਰਾਜ ਸਮਝਾਉਂਦੇ ਨੇ ਕਿ ਤੂੰ
ਅਚੇਤ ਨ ਰਹਿ। ਚੇਤ ਉਸ ਪ੍ਰਭੂ ਨੂੰ ਜਿਹਨੇ ਫਿਰ ਨਾਲ ਜਾਣਾ, ਕਿਉਂਕਿ ਜੇ ਤੈਨੂੰ ਲੜਾਉਂਦੇ ਨੇ, ਜੋ ਤੈਨੂੰ ਖਿਡਾਉਂਦੇ ਨੇ, ਉਹਨਾਂ ਅੰਤ ਸਮੇਂ ਕਿਸੇ ਨੇ ਸਾਥ ਨਹੀਂ ਦੇਣਾ। ਜਿਨ ਰਚ ਰਚਿਆ ਤਿਸੇ ਨਾ ਜਾਣੈ, ਮਨ ਭੀਤਰ ਧਰ ਗਿਆਨ। ਕਹਿੰਦੇ ਜਿਹਨੇ ਰਚਿਆ ਹੈ, ਜਿਹਨੇ ਸਿਰਜਿਆ ਹੈ, ਜਿਹਨੇ ਸਾਨੂੰ ਪੈਦਾ ਕੀਤਾ, ਜਿਹਨੇ ਇਹ ਸਰੀਰ ਪੈਦਾ ਕੀਤਾ ਮਾਤਾ ਦੇ ਗਰਭ ਦੇ ਵਿੱਚ, ਜਿੱਥੇ ਸਾਨੂੰ ਹੋਰ ਕੋਈ ਨਹੀਂ ਰੱਖ ਸਕਦਾ, ਉੱਥੇ ਕੌਣ ਬਚਾਉਂਦਾ ਹੈ, ਕੌਣ ਪਾਲਦਾ ਹੈ? ਆਪ ਮਾਲਕ। ਤਿੱਥੈ ਕੋਇ ਨਾ ਹੈ ਜਿੱਥੇ ਤੇਰੀ ਰੱਖ, ਅਗਨੀ ਉਦਰ ਮਾਹਿ। ਮਾਤਾ ਦੇ ਅਗਨ ਦੇ ਵਿੱਚ ਤਿੱਥੈ ਤੂੰ ਸਮਰੱਥ, ਜਿੱਥੇ ਕੋਈ ਨਾ ਹੈ ਉੱਥੇ ਤੇਰੀ ਰੱਖ, ਅਗਨੀ ਉਦਰ ਮਾਹੇ। ਉੱਥੇ ਫਿਰ ਆਪ ਰੱਖਦਾ ਜਿੱਥੇ ਕੋਈ ਵੀ ਨਹੀਂ ਰੱਖ ਸਕਦਾ, ਉੱਥੇ ਆਪ ਸਮਰੱਥ ਹੈ। ਤੇ ਮਹਾਰਾਜ ਸਮਝਾਉਂਦੇ ਨੇ ਕਿ ਉਹਨੂੰ ਅਸੀਂ ਭੁੱਲ ਜਾਂਦੇ ਹਾਂ ਤੇ ਗਿਆਨ ਆ ਜਾਂਦਾ ਸਾਡੇ ਮਨ ਦੇ ਵਿੱਚ ਸੰਸਾਰ ਦਾ, ਤੇ ਪ੍ਰਭੂ ਨੂੰ ਭੁੱਲ ਜਾਂਦਾ ਹੈ ਜੀਵ। ਕਹੋ ਨਾਨਕ ਪ੍ਰਾਣੀ ਦੂਜੈ ਪੈਰੈ, ਬਿਸਰ ਗਿਆ ਧਿਆਨ। ਇੱਦਾਂ ਲੇਪ ਟੁੱਟ ਜਾਂਦੀ ਹੈ, ਕਿਉਂਕਿ ਪਰਮੇਸ਼ਰ ਦੇ ਨਾਲ ਧਿਆਨ ਜੁੜਿਆ ਸੀ, ਉਹ ਧਿਆਨ ਵਿਸਰ ਗਿਆ ਤੇ ਸਾਡਾ ਧਿਆਨ ਪਰਮੇਸ਼ਰ ਤੋਂ ਛੱਡ ਕੇ ਕਿਸ ਨਾਲ ਲੱਗ ਗਿਆ? ਮਾਤਾ ਪਿਤਾ ਦੇ ਨਾਲ, ਪਰਿਵਾਰ ਦੇ ਨਾਲ। ਇੱਦਾਂ ਸਾਡਾ ਬਚਪਨ ਦਾ ਜਿਹੜਾ ਦੂਜਾ ਪੈਰ ਹੈ। ਫਿਰ ਤੀਜਾ ਪੈਰ ਸ਼ੁਰੂ ਹੋ ਜਾਂਦਾ ਹੈ। ਤੀਜੇ ਪੈਰੇ ਰਹਿਣ ਕੈ ਵਣਜਾਰਿਆ ਮਿੱਤਰਾ, ਧਨ ਜੋਬਨ ਸਿਓ ਚਿਤ। ਫਿਰ ਜਵਾਨੀ ਆਉਂਦੀ ਹੈ, ਤੀਜਾ ਪੈਰ ਸ਼ੁਰੂ ਹੋ ਜਾਂਦਾ ਹੈ ਤੇ ਅਸੀਂ ਆਪਣਾ ਜੋਵਨ ਦਾ, ਜਵਾਨੀ ਦਾ ਨਸ਼ਾ ਹੋ ਜਾਂਦਾ ਹੈ, ਸੰਸਾਰਿਕ ਧਨ ਦਾ ਨਸ਼ਾ ਹੋ ਜਾਂਦਾ ਹੈ। ਸਾਡਾ ਚਿੱਤ ਇਹਦੇ ਨਾਲ ਜੁੜ ਜਾਂਦਾ ਹੈ, ਅਸਲੀ ਵਣਜ ਨੂੰ ਭੁੱਲ ਜਾਂਦਾ ਹੈ ਤੇ ਸੰਸਾਰੀ ਧਨ ਦੇ ਵਣਜ ਦੇ ਵਿੱਚ ਪੈ ਜਾਂਦਾ ਹੈ। ਜਵਾਨੀ ਦਾ ਨਸ਼ਾ ਹੋ ਜਾਂਦਾ ਹੈ। ਹਰ ਕਾ ਨਾਮ ਨਾ ਚੇਤੇ ਵਣਜਾਰਿਆ ਮਿੱਤਰਾ, ਬੱਦਾ ਛੁਟੈ ਜਿਤ। ਤੇ ਇਹ ਬੰਧਨਾਂ ਦੇ ਵਿੱਚ ਪੈ ਜਾਂਦਾ ਹੈ, ਪਰ ਇਸ ਬੰਧਨਾਂ ਨੂੰ ਤੋੜਨ ਦੇ ਵਾਸਤੇ, ਇਸ ਬੰਧਨਾਂ ਤੋਂ ਖਲਾਸੀ ਦੇ ਵਾਸਤੇ ਨਾਮ ਧਿਆਉਣਾ ਸੀ, ਨਾਮ ਨੂੰ ਚੇਤਣਾ ਸੀ। ਮਹਾਰਾਜ ਸਮਝਾਉਂਦੇ ਨੇ ਕਿ ਫਿਰ ਜੀਵ ਇੰਨਾ ਮਗਨ ਹੋ ਜਾਂਦਾ, ਇੰਨਾ ਇਸ ਨੂੰ ਨਸ਼ਾ ਹੋ ਜਾਂਦਾ ਧਨ ਦਾ, ਜਵਾਨੀ ਦਾ, ਜੋਬਨ ਦਾ, ਕਿ ਉਸ ਨੂੰ ਭੁੱਲ ਜਾਂਦਾ ਉਸ ਪ੍ਰਭੂ ਨੂੰ, ਨਾਮ ਨੂੰ ਚਿਤਵਦਾ ਨਹੀਂ ਹੈ, ਜਿਸ ਦੁਆਰਾ ਇਸ ਨੇ ਇਸ ਬੰਧਨਾਂ ਤੋਂ ਛੁੱਟਣਾ ਸੀ, ਕਿਉਂਕਿ ਨਾਮ ਦੀ ਸੋਝੀ ਭੁੱਲ ਗਈ। ਹਰ ਕਾ ਨਾਮ ਨਾ ਚੇਤੈ ਪ੍ਰਾਣੀ, ਬਿਕਲ ਭਇਆ ਸੰਗ ਮਾਇਆ। ਮਤਲਬ ਕਹਿੰਦੇ ਇਹਨਾਂ ਮਾਇਆ ਦੇ ਵਿੱਚ ਇਹ ਖੁੱਭ ਜਾਂਦਾ ਹੈ, ਇਹਨਾਂ ਮਾਇਆ ਦੇ ਵਿੱਚ ਇਸ ਨੂੰ ਪਿਆਰ ਪੈ ਜਾਂਦਾ ਹੈ ਕਿ ਹਰੀ ਦੇ ਨਾਮ ਨੂੰ ਭੁੱਲ ਜਾਂਦਾ, ਉਸ ਨੂੰ ਚੇਤੇ ਨਹੀਂ ਕਰਦਾ, ਉਸ ਨੂੰ ਚਿੱਤ ਵਿੱਚ ਨਹੀਂ ਵਸਾਉਂਦਾ, ਕਿਉਂਕਿ ਇਹ ਪ੍ਰਾਣੀ ਪ੍ਰਾਣਾ 'ਚ ਮਿਲ ਕੇ, ਪਾਉਣ 'ਚ ਮਿਲ ਕੇ, ਸਰੀਰ ਨਾਲ ਜੁੜ ਕੇ, ਸੰਸਾਰੀ ਧਨ ਦੌਲਤ ਦੇ ਨਾਲ, ਜਵਾਨੀ ਦੇ ਨਸ਼ੇ ਦੇ ਵਿੱਚ ਇੰਨਾ ਗੁਲਤਾਨ ਹੋ ਜਾਂਦਾ ਹੈ ਕਿ ਪ੍ਰਭੂ ਦੇ ਨਾਮ ਨੂੰ ਚੇਤੇ ਨਹੀਂ ਕਰਦਾ। ਧਨ ਸਿਓ ਰੱਤਾ ਜੋਬਨ ਮੱਤਾ, ਅਹਲਾ ਜਨਮ ਗਵਾਇਆ। ਮੇਰੇ ਕਹਿੰਦੇ ਇੰਨਾ ਜਿਹੜਾ ਮਨੁੱਖਾ ਜਨਮ ਸੀ, ਇਹ ਅਹਿਲਾ ਜਨਮ ਸੀ, ਇਹ ਦੁਰਲਭ ਜਨਮ ਸੀ, ਇਹ ਅਮੋਲਕ ਜਨਮ ਸੀ, ਇਹ ਸਿਰਮੌਰ ਜੂਨੀ ਸੀ। ਮਨੁੱਖਾ ਜਨਮ ਜਿਹੜਾ ਹੈ, ਕਹਿੰਦੇ ਇਸ ਨੂੰ ਗਵਾ ਲੈਂਦਾ ਹੈ। ਕਿਵੇਂ? ਧਨ 'ਚ ਰੱਤਿਆ ਰਹਿੰਦਾ, ਧਨ 'ਚ ਚਿੱਤ ਜੁੜਿਆ ਰਹਿੰਦਾ, ਜਾਂ ਜਵਾਨੀ ਦੇ ਨਸ਼ੇ ਦੇ ਵਿੱਚ ਮਸਤ ਰਹਿੰਦਾ ਹੈ। ਇੱਦਾਂ ਆਪਣਾ ਜੀਵਨ ਗਵਾ ਲੈਂਦਾ ਹੈ। ਧਰਮ ਸੇਤੀ ਵਪਾਰ ਨਾ ਕੀਤੋ, ਕਰਮ ਨਾ ਕੀਤੋ ਮਿੱਤ। ਜਿਸ ਕਰਮ ਦੇ ਵਾਸਤੇ ਆਇਆ ਸੀ, ਉਸ ਕਰਮ ਦੇ ਨਾਲ ਇਸ ਨੇ ਪਿਆਰ ਨਹੀਂ ਪਾਇਆ, ਉਸ ਨੂੰ ਮਿੱਤਰ ਨਹੀਂ ਬਣਾਇਆ। ਜਿਹੜਾ ਧਰਮ ਕਰਨਾ ਸੀ, ਧਰਮ ਦਾ ਕਰਮ ਕਰਨਾ ਸੀ, ਜਿਹੜਾ ਸ੍ਰੇਸ਼ਟ ਧਰਮ ਸੀ ਸਭ ਤੋਂ, ਜਿਸ ਧਰਮ ਦੇ ਵਾਸਤੇ ਆਪਾਂ ਨੂੰ ਮਨੁੱਖਾ ਜਨਮ ਮਿਲਿਆ ਸੀ, ਉਹਦਾ ਵਪਾਰ ਨਹੀਂ ਕੀਤਾ। ਕਿਹੜਾ ਕਰਨਾ ਸੀ? ਨਾਮ ਦਾ। ਸਰਬ ਧਰਮ ਮੈਂ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਇਸ ਨੂੰ ਮਿੱਤਰ ਨਹੀਂ ਬਣਾਇਆ। ਕਹੋ ਨਾਨਕ ਤੀਜੇ ਪੈਰੇ ਪ੍ਰਾਣੀ, ਧਨ ਜੋਬਨ ਸਿਓ ਚਿਤ।
ਇੱਦਾਂ ਤੀਜਾ ਪੈਰ ਕਿਵੇਂ ਬਿਤਾ ਦਿੰਦਾ ਹੈ? ਧਨ ਜੋਬਨ ਦੇ ਵਿੱਚ ਚਿੱਤ ਜੋੜ ਕੇ ਮਾਇਆ ਦੇ ਨਸ਼ੇ ਦੇ ਵਿੱਚ, ਜਵਾਨੀ ਦੇ ਨਸ਼ੇ ਦੇ ਵਿੱਚ ਤੀਜਾ ਪੈਰ ਬੀਤ ਜਾਂਦਾ ਹੈ। ਚੌਥਾ ਪੈਰ ਹੈ ਰਹਿਣ ਕੇ ਵਣਜਾਰਿਆ ਮਿੱਤਰਾ, ਲਾ ਵੀ ਆਇਆ ਖੇਤ। ਚੌਥਾ ਪੈਰ ਆ ਜਾਂਦਾ ਹੈ ਕਿਉਂਕਿ ਬਚਪਨ ਬੀਤ ਗਿਆ, ਜਵਾਨੀ ਬੀਤ ਗਈ, ਇੱਕ ਪਹਿਰ ਮਾਤਾ ਦੇ ਗਰਭ 'ਚ ਬੀਤ ਗਿਆ, ਤੇ ਹੁਣ ਆ ਗਿਆ ਲਾਸਟ ਟਾਈਮ, ਬੁਢਾਪੇ ਦਾ ਟਾਈਮ। ਹੁਣ ਕਹਿੰਦੇ ਜਿਵੇਂ ਖੇਤ ਦੇ ਵਿੱਚ ਖੇਤ ਦਾ ਮਾਲਕ ਜਦੋਂ ਫਸਲ ਪੱਕਦੀ ਹੈ ਤੇ ਉਹ ਵੱਢਣ ਆ ਜਾਂਦਾ ਹੈ, ਇੱਦਾਂ ਹੀ ਫਿਰ ਸਮਾਂ ਆ ਜਾਂਦਾ ਕਿ ਜੰਮ ਲੈਣ ਆ ਜਾਂਦੇ ਨੇ। ਜਾ ਜੰਮ ਪਕੜ ਚਲਾਇਆ ਵਣਜਾਰਿਆ ਮਿੱਤਰਾ, ਕਿਸੇ ਨਾ ਮਿਲਿਆ ਭੇਤ। ਫਿਰ ਜਦੋਂ ਜੰਮ ਆਏ, ਮਾਲਕ ਨੇ ਭੇਜੇ ਵੀ ਜਾਓ, ਖੇਤ ਪੱਕ ਗਿਆ, ਦੇਖੋ ਕਿਆ ਬੀਜਿਆ ਉੱਥੇ ਜਾ ਕੇ। ਕਿਸਾਨ ਗਿਆ ਤਾਂ ਹੈ, ਇਹ ਮਿੱਤਰ ਗਿਆ ਤਾਂ ਹੈ ਵਣਜਾਰਾ ਉੱਥੇ, ਪਰ ਇਸ ਨੇ ਕੋਈ ਵਣਜ ਵੀ ਕੀਤਾ। ਕੀ ਕੀਤਾ ਜਾ ਕੇ ਦੇਖੋ। ਤੇ ਫਿਰ ਜੰਮ ਆਉਂਦੇ ਨੇ, ਉਹ ਪਕੜ ਕੇ ਲੈ ਜਾਂਦੇ ਨੇ। ਕਿਸੇ ਜੀਵ ਨੂੰ ਸੰਸਾਰ ਦੇ ਵਿੱਚ ਕੋਈ ਭੇਤ ਨਹੀਂ ਹੁੰਦਾ ਕਿ ਕਿੱਥੇ ਗਿਆ ਹੈ ਜੀਵ, ਕਿਉਂਕਿ ਸਾਨੂੰ ਸੋਝੀ ਵੀ ਉਦੋਂ ਹੀ ਹੁੰਦੀ ਕਿ ਇਸ ਦੇ ਵਿੱਚ ਕੋਈ ਹੋਰ ਵੀ ਵਸਦਾ ਸੀ, ਜਦੋਂ ਸਰੀਰ ਸਾਡੇ ਕੋਲ ਪਿਆ ਹੁੰਦਾ ਹੈ, ਪਰ ਨਾ ਉਹ ਬੋਲਦਾ, ਨਾ ਉਹ ਸੁਣਦਾ, ਨਾ ਉਹ ਚੱਲ ਸਕਦਾ ਹੈ, ਨਾ ਉਹ ਦੇਖ ਸਕਦਾ ਹੈ। ਫਿਰ ਪਤਾ ਚੱਲਦਾ ਵੀ ਇਸ ਦੇ ਵਿੱਚੋਂ ਕੁਛ ਨਿਕਲ ਕੇ ਗਿਆ ਹੈ, ਪਰ ਕੌਣ ਹੈ ਇਸ ਦਾ ਪਤਾ ਨਹੀਂ, ਕਿੱਥੇ ਗਿਆ ਇਸ ਦਾ ਪਤਾ ਨਹੀਂ ਹੈ। ਭੇਤ ਚੇਤ ਹਰ ਕਿਸੇ ਨਾ ਮਿਲਿਓ, ਜਾ ਜੰਮ ਪਕੜ ਚਲਾਇਆ। ਮਰੇ ਕਹਿੰਦੇ ਫਿਰ ਕਿਸੇ ਨੂੰ ਨਹੀਂ ਭੇਤ ਮਿਲਿਆ ਕਿ ਕਿੱਥੇ ਗਿਆ, ਜਾਂ ਜੰਮ ਪਕੜ ਕੇ ਲੈ ਜਾਂਦੇ, ਕਿਉਂਕਿ ਪਤਾ ਵੀ ਨਹੀਂ ਸੀ ਵੀ ਕੌਣ ਸੀ, ਕਿਉਂ ਜਿਹਾ ਸੀ ਜਿਹੜਾ ਨਿਕਲ ਕੇ ਗਿਆ ਹੈ। ਝੂਠਾ ਰੁਦਨ ਹੋਆ ਦੁਆਲਾ, ਖਿਨ ਮੈਂ ਪਿਆ ਪਰਾਇਆ। ਕਹਿੰਦੇ ਸਾਰਾ ਕੁਛ ਪਰਾਇਆ ਹੋ ਗਿਆ, ਛੱਡ ਕੇ ਚਲੇ ਗਿਆ। ਹੁਣ ਜਿਹੜੇ ਜਿਨ੍ਹਾਂ ਨੂੰ ਅਸੀਂ ਆਪਣੇ ਸਮਝਦੇ ਸੀ ਸੰਸਾਰ, ਕਹਿੰਦੇ ਉਹ ਇਕੱਠੇ ਹੋ ਗਏ ਦੁਆਲੇ, ਪਰ ਉਹ ਕੀ ਸੀ? ਝੂਠੇ। ਜਗਤ ਮੈਂ ਝੂਠੀ ਦੇਖੀ ਪ੍ਰੀਤ। ਹੁਣ ਜਿਹੜਾ ਸੱਚੀ ਪ੍ਰੀਤ ਸੀ, ਜਿਹਨੇ ਸਾਡੇ ਨਾਲ ਨਿਭਣਾ ਸੀ, ਜਿਹੜਾ ਸਾਨੂੰ ਮਾਤਾ ਦੇ ਗਰਭ ਦੇ ਵਿੱਚ ਵੀ ਪਾਲ ਰਿਹਾ ਸੀ, ਜਿਸ ਨੂੰ ਅਸੀਂ ਇੱਥੇ ਵੀ ਚਿੱਤ ਦੇ ਵਿੱਚ ਵਸਾ ਕੇ ਰੱਖਣਾ ਸੀ, ਤੇ ਅੰਤ ਸਮੇਂ ਫਿਰ ਉਸਨੇ ਸਾਡੀ ਸਹਾਇਤਾ ਕਰਨੀ ਸੀ। ਅਸੀਂ ਉਹਦੇ ਨਾਲ ਪਿਆਰ ਨਹੀਂ ਕੀਤਾ ਕਿਉਂਕਿ ਅਸੀਂ ਮੂਰਖ ਬਣੇ ਰਹੇ। ਆਦ ਅੰਤ ਜੋ ਰਾਖਣ ਹਾਰ, ਤਿਸਿਓ ਪ੍ਰੀਤ ਨਾ ਕਰੈ ਗਵਾਰ। ਤੇ ਇਸ ਕਰਕੇ ਸਮਝਾਉਂਦੇ ਨੇ ਕਿ ਜਿਹੜਾ ਹੁਣ ਇਕੱਠਾ ਹੋਇਆ ਆਲੇ ਦੁਆਲੇ, ਉਹ ਕੌਣ ਸੀ? ਝੂਠਾ। ਝੂਠਾ ਰੁਦਨ ਹੋਆ ਦੁਆਲਾ, ਖਿਨ ਮੈਂ ਪਿਆ ਪਰਾਇਆ। ਤੇ ਸਾਰੇ ਪਰਾਏ ਹੋ ਗਏ। ਸਾਈ ਵਸਤ ਪ੍ਰਾਪਤ ਹੋਈ, ਜਿਸ ਸਿਓ ਲਾਇਆ ਹਿਤ। ਹੁਣ ਮਿਲਿਆ ਕਿ ਉਸ ਮਨ ਨੂੰ ਜਿਹੜਾ ਵਣਜਾਰਾ ਬਣ ਕੇ ਆਇਆ ਸੀ ਇੱਥੇ, ਉਸ ਵਸਤੂ ਮਿਲੇਗੀ ਜਿਸ ਦਾ ਉਹ ਵਣਜ ਕਰਦਾ ਰਿਹਾ। ਤੇ ਵਣਜ ਦੋ ਹੀ ਹੁੰਦੇ ਨੇ, ਇੱਕ ਕੱਚੇ ਧਨ ਦਾ ਵਣਜ ਕਰਦੇ ਨੇ ਤੇ ਇੱਕ ਸੱਚੇ ਧਨ ਦਾ। ਸੱਚਾ ਧਨ ਨਾਮ ਹੈ ਤੇ ਕੱਚਾ ਧਨ ਸੰਸਾਰਿਕ ਮਾਇਆ ਹੈ। ਮਹਾਰਾਜ ਸਮਝਾਉਂਦੇ ਨੇ ਜੇ ਇੱਥੇ, ਕਿਉਂਕਿ ਇਹ ਤਾਂ ਨਾਲ ਜਾਣਾ ਨਹੀਂ, ਸਵਾਸ ਕਿੱਥੇ ਖਰਚੇ? ਤਿੰਨ ਹੱਟਾਂ ਤੇ ਜੀਵ ਖਰਚ ਕਰਦਾ ਹੈ, ਰਜੋ ਗੁਣ, ਤਮੋ ਗੁਣ ਤੇ ਸਤੋ ਗੁਣ। ਜਿਹੀ ਜੀ ਹੱਟ ਤੇ ਜਿੰਨਾ ਕੁ ਅਸੀਂ ਖਰਚਿਆ ਹੈ, ਉਹ ਜਿਹਾ ਅੱਗੇ ਸਾਨੂੰ ਮਿਲੇਗਾ। ਤਮੋ ਹੱਟ ਤੇ ਖਰਚਿਆ ਹੈ, ਨਰਕਾਂ ਨੂੰ ਚਲੇ ਜਾਵਾਂਗੇ। ਰਜੋ ਗੁਣ ਤੇ ਖਰਚਿਆ ਹੈ, ਭੂਮ ਲੋਕ ਤੇ ਆ ਜਾਵਾਂਗੇ। ਸਤੋ ਗੁਣ ਤੇ ਖਰਚਿਆ ਹੈ, ਆਕਾਸ਼ ਨੂੰ ਚਲੇ ਜਾਵਾਂਗੇ, ਪੰਛੀ ਬਣ ਜਾਵਾਂਗੇ। ਜਿਹੋ ਜਿਹਾ ਆਪਾਂ ਇੱਥੇ ਕਮਾਇਆ, ਉਹ ਜਿਹਾ ਸਾਨੂੰ ਅੱਗੇ ਪ੍ਰਾਪਤ ਹੋਣਾ ਹੈ। ਕਹੋ ਨਾਨਕ ਪ੍ਰਾਣੀ ਚੌਥੇ ਪਹਿਰੇ, ਲਾ ਵੀ ਲੁਣਿਆ ਖੇਤ।
ਕਹਿੰਦੇ ਇੱਦਾਂ ਚੌਥਾ ਪਹਿਰ ਫਿਰ ਆ ਕੇ ਮਾਲਕ ਦੇ ਜੰਮ ਇਸ ਖੇਤ ਦੇ ਵਿੱਚੋਂ ਪਕੜ ਕੇ ਲੈ ਜਾਂਦੇ ਨੇ ਸਾਡੇ ਮਨ ਨੂੰ। 4 ਪੈਰ ਇੱਦਾਂ ਬੀਤ ਜਾਂਦੇ ਨੇ ਵਣਜਾਰੇ ਦੇ, ਕਿਉਂਕਿ ਵਣਜ ਕਰਨ ਵਾਸਤੇ ਆਇਆ ਸੀ, ਉਹ ਵਣਜ ਨਹੀਂ ਕਰਦਾ। ਇਹ ਨਹੀਂ ਵੀ ਜੋ ਵਣਜ ਕਰਦਾ ਹੈ ਉਸਨੇ ਨਹੀਂ ਜਾਣਾ, ਉਸਨੇ ਵੀ ਜਾਣਾ ਹੈ, ਪਰ ਉਸਨੂੰ ਜੰਮ ਨਹੀਂ ਪਕੜ ਕੇ ਲੈ ਕੇ ਜਾਣਗੇ, ਕਿਉਂਕਿ ਉਸ ਦਾ ਆਉਣਾ ਜਾਣਾ ਪਹਿਲਾਂ ਹੀ ਹੁੰਦਾ ਆਪਣੇ ਘਰ ਦੇ ਵਿੱਚ। ਉਸਨੇ ਕਿਵੇਂ ਜਾਣਾ ਹੈ? ਜਿਵੇਂ ਆਪਾਂ ਰੋਜ਼ ਰਾਤ ਨੂੰ ਆਪਣੇ ਘਰ ਜਾਂਦੇ ਹਾਂ, ਸੰਸਾਰ ਨੂੰ ਛੱਡਦੇ ਹਾਂ, ਉਸ ਦਾ ਜਾਣਾ ਇੱਦਾਂ ਹੈ। ਉਸਨੂੰ ਇਹ ਵੀ ਪਤਾ ਹੈ ਕਿ ਕਿੱਥੇ ਜਾਣਾ ਹੈ, ਕਿੱਥੇ ਸਾਡਾ ਘਰ ਹੈ। ਉਸ ਦਾ ਜੋ ਸਕੇ ਸੰਗੀ ਹੁੰਦੇ ਨੇ ਉਹ ਵੀ ਜਾਣ ਲੈਂਦੇ ਨੇ ਕਿ ਕਿੱਥੇ ਗਿਆ, ਕਿਉਂਕਿ ਉਹਨਾਂ ਦਾ ਵੀ ਆਉਣਾ ਜਾਣਾ ਹੁੰਦਾ ਹੈ। ਉਹਨਾਂ ਦਾ ਜਿਹੜਾ ਫਿਰ ਜੋ ਵੀ ਹੈ, ਉਹਨਾਂ ਵਾਸਤੇ ਇਹ ਸੰਸਾਰ ਵੀ ਝੂਠਾ ਨਹੀਂ ਹੈ, ਉਹਨਾਂ ਵਾਸਤੇ ਸਭ ਕੁਝ ਹੀ ਸੱਚਾ ਹੈ। ਲੇਕਿਨ ਮਨਮੁੱਖਾਂ ਵਾਸਤੇ ਜਿਨ੍ਹਾਂ ਨਾਮ ਨਹੀਂ ਚੇਤਿਆ, ਉਹਨਾਂ ਦੇ ਵਾਸਤੇ ਸੰਸਾਰ ਸਾਰਾ ਝੂਠਾ ਹੈ। ਇਸ ਕਰਕੇ ਸਤਿਗੁਰੂ ਸਮਝਾਉਂਦੇ ਨੇ ਕਿ ਭਾਈ ਇਹ ਜਨਮ ਦੇ ਵਿੱਚ ਆਪਾਂ ਲਾਹ ਖੱਟਣਾ ਹੈ, ਆਪਾਂ ਨਾਮ ਨੂੰ ਧਿਆਉਣਾ ਹੈ, ਨਾਮ ਦਾ ਵਣਜ ਕਰਨਾ ਹੈ। ਆਓ ਹੁਣ ਆਪਾਂ ਉਸ ਵਣਜ ਨੂੰ ਕਰੀਏ, ਆਪਣੇ ਸਵਾਸਾਂ ਨੂੰ ਖਰਚੀਏ ਕਿੱਥੇ? ਨਾਮ ਧਿਆਉਣ ਤੇ। ਕਿਉਂਕਿ ਨਾਮ ਇੰਨਾ ਵਸਤੂ ਹੈ, ਜਿਸ ਅਮੁੱਲ ਵਸਤੂ ਹੈ। ਇੱਕ ਖਿਣ ਪਲ ਵੀ ਨਾਮ ਸਾਡੇ ਮਨ ਦੇ ਵਿੱਚ ਵਸ ਜਾਵੇ ਤੇ ਸਾਡੇ ਪਾਪਾਂ ਦੀ ਮੈਲ ਖਤਮ ਹੋ ਜਾਂਦੀ, ਸਾਡੇ ਪਾਪ ਖਤਮ ਹੋ ਜਾਂਦੇ ਨੇ। ਨਾਮ ਦੀ ਇਹ ਵਡਿਆਈ ਹੈ। ਜਿਵੇਂ ਅੱਗ ਹੈ, ਸਭ ਕਾਸੇ ਨੂੰ ਸਾੜ ਕੇ ਸੁਆਹ ਕਰ ਦਿੰਦੀ ਹੈ, ਇੱਦਾਂ ਹੀ ਨਾਮ ਜਿਹੜਾ ਹੈ, ਪ੍ਰਭੂ ਦਾ ਸਿਮਰਨ ਜਿਹੜਾ ਹੈ, ਸਾਡੇ ਪਾਪਾਂ ਦਾ ਨਾਸ਼ ਕਰ ਦਿੰਦਾ ਹੈ, ਭਾਵੇਂ ਅਸੀਂ ਕਿੰਨੇ ਵੀ ਪਾਪ ਕੀਤੇ ਹੋਣ। ਜਿਹਨੂੰ ਮਹਾਰਾਜ ਸਮਝਾਉਂਦੇ ਨੇ, ਕੋਰ ਦੁਖੰ ਅਨੇਕ ਹਤੰ ਜਨਮ ਦਰਿੰਦੰ ਮਹਾ ਵਿਖਾਦੰ ਮਿਟੰਤ ਸਗਲ ਸਿਮਰੰਤ ਹਰ ਨਾਮ। ਵੀ ਹਰੀ ਦੇ ਨਾਮ ਦੇ ਸਿਮਰਨ ਦੇ ਨਾਲ ਸਾਰੇ ਮਿਟ ਜਾਂਦੇ ਨੇ। ਨਾਨਕ ਜੈਸੇ ਪਾਵਕ ਕਾਸ਼ਟ ਭਸਮ ਕਰੋਤ। ਵੀ ਜਿਵੇਂ ਅੱਗ ਲੱਕੜਾਂ ਦੀ ਭਸਮ ਬਣਾ ਦਿੰਦੀ, ਸੁਆਹ ਬਣਾ ਦਿੰਦੀ ਹੈ, ਇੱਦਾਂ ਨਾਮ ਪਾਪਾਂ ਦਾ ਨਾਸ਼ ਕਰ ਦਿੰਦਾ ਹੈ। ਹਰ ਕਾ ਨਾਮ ਕੋਟ ਪਾਪ ਪਰ ਹਰੈ। ਆਓ ਆਪਾਂ ਉਸ ਨਾਮ ਨੂੰ ਧਿਆਉਣਾ ਹੈ, ਕਿਉਂਕਿ ਆਪਣੀ ਲਾਈਫ ਦੇ ਵਿੱਚ ਜਿਹੜਾ ਜੀਵ ਨੇ, ਜ਼ਿਆਦਾਤਰ ਇਹ ਸਾਰੇ ਧਿਆਉਣ ਵਾਲੇ ਨੇ, ਜਿਨ੍ਹਾਂ ਨੇ ਆਪਣੇ ਨਖਾਲ ਸਰੂਪ ਨੂੰ ਵੀ ਜਾਣਿਆ ਪਹਿਲਾਂ, ਤੇ ਹੁਣ ਖਲ ਸਰੂਪ ਨੂੰ ਵੀ ਦੇਖਦੇ ਨੇ। ਜਿਹਦੇ ਮਨ ਨੂੰ ਧੋ ਕੇ ਨਾਮ ਨੂੰ ਧਿਆਉ ਕੇ ਆਪਣੇ ਪ੍ਰਕਾਸ਼ ਰੂਪ ਦੇ ਦਰਸ਼ਨ ਕਰਦੇ ਨੇ। ਕਿਉਂਕਿ ਆਪਣੇ ਆਪ ਦੇ ਦਰਸ਼ਨ ਅਸੀਂ ਕਰ ਲਏ, ਆਪਣੇ ਆਪ ਨੂੰ ਪਹਿਚਾਨ ਲਿਆ ਪ੍ਰਕਾਸ਼ ਰੂਪ ਨੂੰ, ਤੇ ਅਸੀਂ ਉਸੇ ਦਾ ਰੂਪ ਹੋ ਜਾਂਦੇ ਹਾਂ। ਕਿਉਂਕਿ ਪਰਮੇਸ਼ਰ ਵੀ ਪ੍ਰਕਾਸ਼ ਰੂਪ ਹੈ ਤੇ ਸਾਡਾ ਮਨ ਵੀ ਪ੍ਰਕਾਸ਼ ਰੂਪ ਹੋ ਜਾਂਦਾ ਜਦੋਂ ਨਾਮ ਦੇ ਦੁਆਰਾ ਅਸੀਂ ਇਸ ਨੂੰ ਧੋਂਦੇ ਹਾਂ। ਸੋ ਆਓ ਹੁਣ ਆਪਾਂ ਵੀ ਧਿਆਉਣਾ ਕਰੀਏ। ਕਿਵੇਂ ਧਿਆਉਣਾ ਹੈ? ਜੋ ਮਨ ਨੇਤਰਾਂ ਦੇ ਵਿੱਚ ਹੈ, ਸਭ ਤੋਂ ਪਹਿਲਾਂ ਆਪਾਂ ਇਸ ਪੁਆਇੰਟ ਤੇ ਦੋਨਾਂ ਨੇਤਰਾਂ ਨੂੰ ਸਮ ਕਰਨਾ ਹੈ। ਜੋ ਕੋਈ ਨਵਾਂ ਜੀਵ ਹੈ ਉਹ ਵੀ ਸਮਝ ਲਵੇ। ਪਹਿਲਾਂ ਆਪਾਂ ਇਹ ਜੁਗਤੀ ਲਾਵਾਂਗੇ, ਉਸ ਤੋਂ ਬਾਅਦ ਆਪਾਂ ਧਿਆਵਾਂਗੇ। ਕਿਉਂਕਿ ਹੋ ਸਕਦਾ ਕੋਈ ਨਵਾਂ ਜੀਵ ਵੀ ਹੋਵੇ, ਉਹ ਦੇਖ ਲਵੇ ਪਹਿਲਾਂ ਆਪਾਂ ਕਿਵੇਂ ਕਰਨਾ ਹੈ। ਤੇ ਜੇ ਉਹ ਪੂਰੇ ਵਿਸ਼ਵਾਸ ਦੇ ਨਾਲ ਕਰੇਗਾ ਤੇ ਉਸ ਦਾ ਵੀ ਮਨ ਨਿਰਮਲ ਹੋਏਗਾ। ਉਹ ਵੀ ਇੱਕ ਦ੍ਰਿਸ਼ਟ ਹੋ ਕੇ ਉਸ ਪ੍ਰਭੂ ਦੇ ਚਰਨਾਂ ਦੇ ਨਾਲ ਜੁੜ ਜਾਏਗਾ, ਜਿਸ ਨੂੰ ਵਿਸ਼ਵਾਸ ਆਏਗਾ।
मेरा समझाते ने, जाके हृदय विश्वास प्रभ आया, तत् ज्ञान तिस मन प्रगटाया। लेकिन समझ लो करना किमें है, क्योंकि ਆਪਾਂ ਧਿਆਨ ਲਗਾਉਣਾ ਹੈ। ਪਹਿਲਾਂ ਆਪਾਂ ਦੋਨਾਂ ਨੇਤਰਾਂ ਨੂੰ ਇਸ ਪੁਆਇੰਟ ਤੇ ਦੇਖਣਾ ਹੈ। ਇੱਦਾਂ ਮੇਰੇ ਵੱਲ ਦੇਖੋ, ਇੱਦਾਂ ਇਸ ਪੁਆਇੰਟ ਤੇ ਦੇਖਣਾ ਹੈ। ਇੱਥੋਂ ਮੈਂ ਫਿਰ ਤੁਹਾਨੂੰ ਆਵਾਜ਼ ਦੇਵਾਂਗਾ ਕਿ ਤੁਸੀਂ ਧਿਆਨ ਨੂੰ ਸਾਹਮਣੇ ਲੈ ਕੇ ਆਓ, ਅਤੇ ਇੱਥੋਂ ਆਪਾਂ ਧਿਆਨ ਸਾਹਮਣੇ ਲੈ ਜਾਣਾ ਹੈ, ਸਾਹਮਣੇ ਦੇਖਣਾ ਸ਼ੁਰੂ ਕਰਨਾ ਹੈ। ਇੱਥੋਂ ਫਿਰ ਮੈਂ ਤੁਹਾਨੂੰ ਆਵਾਜ਼ ਦੇਵਾਂਗਾ ਕਿ ਧਿਆਨ ਨੂੰ ਮਸਤਕ ਦੇ ਸਾਹਮਣੇ ਲੈ ਜਾਓ। ਆਪਾਂ ਪਲਕਾਂ ਉੱਤੇ ਉਠਾ ਦੇਣੀਆਂ ਨੇ, ਧਿਆਨ ਨੂੰ ਉੱਤੇ ਲੈ। ਆਪਾਂ ਇੱਧਰ ਨੂੰ ਪਹਿਲਾਂ ਇਸ ਪਾਸੇ ਨੂੰ ਆਉਣਾ, ਇੱਥੋਂ ਆਪਾਂ ਇੱਧਰ ਨੂੰ ਚੱਲਣਾ ਹੈ। ਪਲਕਾਂ ਪੂਰੀਆਂ ਉੱਤੇ ਉਠਾ ਦੇਣੀਆਂ। ਫਿਰ ਆਪਾਂ ਵਾਪਸ ਆਵਾਂਗੇ, ਜਦੋਂ ਕਵਾਂਗੇ ਸਾਹਮਣੇ, ਫਿਰ ਧਿਆਨ ਸਾਹਮਣੇ। ਜਦੋਂ ਆਪਾਂ ਕਵਾਂਗੇ ਨੇਤਰ ਸਮ ਕਰੋ, ਫਿਰ ਆਪਾਂ ਇਸ ਪੁਆਇੰਟ 'ਤੇ ਦੋਨਾਂ ਨੂੰ ਸਮ ਕਰਨਾ ਹੈ। ਕੋਈ ਜੀਵਨਾਮਾ ਹੈ, ਜਦੋਂ ਉਹ ਧਿਆਨ ਲਗਾਏਗਾ ਉਸਨੇ ਦੇਖਣਾ ਹੈ ਕਈ ਜੀਵ ਪਹਿਲਾਂ ਹੀ ਇੱਕ ਦ੍ਰਿਸ਼ਟ ਹੁੰਦੇ ਨੇ, ਕਈਆਂ ਨੂੰ ਦੋ ਦ੍ਰਿਸ਼ਟ ਹੁੰਦੇ ਨੇ, ਕਈਆਂ ਦਾ ਧਿਆਨ ਸੱਜੇ ਹੈ, ਕਈਆਂ ਦਾ ਖੱਬੇ ਹੁੰਦਾ, ਕਈਆਂ ਦਾ ਵਿਚਾਲੇ ਹੁੰਦਾ ਹੈ, ਕਈ ਇੱਕ ਦ੍ਰਿਸ਼ਟ ਹੁੰਦੇ ਨੇ। ਜਦੋਂ ਆਪਾਂ ਇਸ ਪੁਆਇੰਟ 'ਤੇ ਦੇਖਾਂਗੇ, ਆਪਾਂ ਇਹ ਦੇਖਣਾ ਕਿ ਸਾਨੂੰ ਆਪਣਾ ਨੱਕ ਦਿਸਦਾ। ਜੇ ਦਿਸਦਾ ਤਾਂ ਕਿਸ ਪਾਸਿਓਂ ਦਿਸਦਾ, ਕਿਉਂਕਿ ਕਈ ਜੀਵਾਂ ਨੂੰ ਇਸ ਪਾਸਿਓਂ ਦਿਸਦਾ ਹੈ, ਉਹਨਾਂ ਦਾ ਧਿਆਨ ਇਸ ਪਾਸੇ ਹੈ, ਸੱਜੇ ਪਾਸੇ ਜ਼ਿਆਦਾ। ਕਈ ਜੀਵ ਨੇ ਜਿਨ੍ਹਾਂ ਨੂੰ ਇਸ ਪਾਸਿਓਂ ਦਿਸਦਾ ਹੈ, ਉਹਨਾਂ ਦਾ ਧਿਆਨ ਖੱਬੇ ਪਾਸੇ ਜ਼ਿਆਦਾ। ਇੱਧਰ ਰਜੋ ਗੁਣ ਹੈ, ਇੱਧਰ ਤਮੋ ਗੁਣ ਹੈ। ਕਈ ਜੀਵਾਂ ਦਾ ਧਿਆਨ ਵਿਚਾਲੇ ਸੈਂਟਰ ਦੇ ਵਿੱਚ ਹੁੰਦਾ ਹੈ, ਉਹਨਾਂ ਨੂੰ ਨੱਕ ਦੋਨੋਂ ਪਾਸਿਓਂ ਦਿਸਦਾ ਹੈ, ਉਹ ਸਤੋ ਗੁਣੀ ਨੇ। ਅਤੇ ਕਈ ਜੀਵ ਨੇ ਜਿਨ੍ਹਾਂ ਨੂੰ ਆਪਣਾ ਨੱਕ ਨਹੀਂ ਨਜ਼ਰ ਆਉਂਦਾ, ਜਦੋਂ ਨਹੀਂ ਦਿਸਦਾ ਉਹ ਇੱਕ ਦ੍ਰਿਸ਼ਟ ਨੇ, ਪਰ ਉਹਨਾਂ ਨੂੰ ਪਤਾ ਨਹੀਂ, ਜਿਸ ਨੂੰ ਆਪਾਂ ਦੇਵਤਾ ਅਵਸਥਾ ਕਹਿ ਸਕਦੇ ਹਾਂ। ਜਿਨ੍ਹਾਂ ਨੂੰ ਨਜ਼ਰ ਆਉਂਦਾ ਹੈ ਉਸਨੇ ਆ ਕੇ ਫਿਰ ਜਦੋਂ ਆਪਾਂ ਵਾਪਸ ਆਉਣਾ, ਇੱਥੇ ਆ ਕੇ ਫਿਰ ਆਪਾਂ ਦੇਖਣਾ ਹੈ ਕਿ ਸਾਨੂੰ ਨੱਕ ਦਿਸਣੋਂ ਹਟ ਗਿਆ। ਜਦੋਂ ਨੱਕ ਦਿਸਣੋਂ ਹਟ ਗਿਆ ਤਾਂ ਇਹ ਸਮਝ ਲੈਣਾ ਕਿ ਅਸੀਂ ਹੁਣ ਇੱਕ ਦ੍ਰਿਸ਼ਟ ਹੋ ਗਏ ਹਾਂ। ਉਸ ਤੋਂ ਬਾਅਦ ਆਪਣੀ ਧਿਆਨ ਦੀ ਅਵਸਥਾ ਚੱਲਦੀ ਹੈ। ਫਿਰ ਆਪਾਂ ਅੱਗੇ ਧਿਆਵਾਂਗੇ। ਉਸ ਤੋਂ ਬਾਅਦ ਨੀਚੇ ਧਿਆਨ ਲੈ ਕੇ ਜਾਵਾਂਗੇ। ਜੋ ਥੱਲੇ ਵਿਛਿਆ ਹੈ, ਚਾਦਰ ਹੈ, ਬੈੱਡ 'ਤੇ ਬੈਠੇ ਹਾਂ, ਚਾਦਰ ਦਿਸਦੀ ਹੈ। ਉਸ ਤੋਂ ਥੋੜ੍ਹਾ ਉੱਤੇ ਦੇਖਾਂਗੇ, ਫਿਰ ਸਾਹਮਣੇ, ਫਿਰ ਆਪਾਂ ਉੱਦਾਂ ਧਿਆਨ ਲਗਾਵਾਂਗੇ। ਆਓ ਪਹਿਲਾਂ ਆਪਾਂ ਨੇਤਰ ਸਮ ਕਰੀਏ। ਸਾਹਮਣੇ ਲੈ ਕੇ ਆਓ ਧਿਆਨ। ਮਸਤਕ ਦੇ ਸਾਹਮਣੇ ਲੈ ਜਾਓ, ਪਲਕਾਂ ਪੂਰੀਆਂ ਉੱਤੇ ਚੁੱਕ ਦਿਓ। फिर सामने लेके आओ।
फिर सम करो नक ते। नीचे लै जो ध्यान हुण, जिथे भी आप बैठे हाँ, जो थले साडे अगे विछया है, अपने तो तकरीबन 2-3 फुट अगे लै जो ध्यान नूं। नीचे जो विषय उस तो थोड़ा उत्ते देखना है, बिल्कुल रिलैक्स होके, जोर नहीं लगाउणा, बिल्कुल नॉर्मल रिलैक्स होके उस तो उत्ते देखना है। जे चादर विछी है, चादर तो उत्ते, जे फर्श है, फर्श तो उत्तों। इत्थे सानू एक प्रकाश पानी की तरह दिसना शुरू हो जाएगा, जिवें सरोवर दे विच पानी दीयां लहरां ने, इदां दा प्रकाश सानू अनुभव होना शुरू हो जाएगा। फिर सम करिए, फिर नेत्रां नूं सम करिए नक ते पॉइंट ते। फिर नीचे लै जो जी, फिर ध्यान नीचे लै जो।
और सामने लेके आइए ध्यान। जोर नहीं लगाना, बिल्कुल रिलैक्स देखना। मस्तक दे सामने ले जाओ, पलकां उत्ते उठा दो।
फिर सामने लेके आओ। नीचे लै जो ध्यान। सम करिए, सम करके देखो अपने इस पॉइंट थे, सम करके देखो। इत्थे देखांगे सानू अपना नख खब्बे पास्यों चमकदा दिसना शुरू हो जाएगा। शीशे की तरह अपना नख खब्बे पास्यों दिसना शुरू हो जाएगा। इस पास्यों अपना नक सानू शीशे की तरह दिसना शुरू हो जाएगा। इसनू पहचान के असीं इत्थे पहचान सकते हाँ कि प्रकाश रूप परमेश्वर हर थां ते है, सर्व व्यापक है, हर थां ते नाम है। सदा आपां नाम नू देख सकते हाँ, सदा दर्शन कर सकते हाँ, सदा आपां ध्या सकते हाँ। इस मार्ग दे उत्ते आपां जदों चलदे हाँ, आपां एक चीज़ बड़ी सावधानी रखनी हुंदी है कि आपां अपने आप नू कुछ जनाउणा नहीं हुंदा। आपां अपने आप नू निमाणे निताणे समझदे रहना है, अपने आप नू नीच समझदे रहना है, क्योंकि वही ऊँचा है परमेश्वर की नज़र दे विच जिहड़ा अपने आप नू नीच समझदा है। आप को जो जाने नीचा सो गणिए सब ते ऊँचा। आपां किसी दे औगण नहीं देखने, आपां अपने औगणां नू देखना ते अपने औगणां नू त्यागना है।
ਇਸ ਤਰੀਕੇ ਨਾਲ ਆਪਾਂ ਚੱਲਾਂਗੇ। ਮਹਾਰਾਜ ਸਮਝਾਉਂਦੇ ਨੇ, ਹਮ ਨਹੀਂ ਚੰਗੇ ਬੁਰਾ ਨਹੀਂ ਕੋਏ, ਪ੍ਰਣਵਤ ਨਾਨਕ ਤਾਰੈ ਸੋਏ। ਕਬੀਰ ਸਭ ਤੇ ਹਮ ਬੁਰੇ, ਹਮ ਤਜ ਭਲੋ ਸਭ ਕੋਏ। ਜਿਨ ਐਸਾ ਕਰ ਬੂਝਿਆ, ਮੀਤ ਹਮਾਰਾ ਸੋਏ। ਸੋ ਇੱਦਾਂ ਆਪਾਂ ਧਿਆਉਂਦੇ ਰਹਿਣਾ ਹੈ। ਇਸ ਨੂੰ ਵਾਰ-ਵਾਰ ਆਪਾਂ ਕਰਦੇ ਰਹਿਣਾ ਹੈ। ਨਿਮਕ ਨਿਮਕ ਠਾਕੁਰ ਨਮਸਕਾਰੈ। ਸਾਨੂੰ ਵਿਸਰੇ ਨਾ। ਸਾਨੂੰ ਪ੍ਰਾਣਪਤ ਦਾਤਾ ਜੋ ਪ੍ਰਾਣ ਦੇ ਕੇ ਜੀਵਤ ਰੱਖ ਰਿਹਾ ਹੈ, ਉਹ ਸਾਨੂੰ ਵਿਸਰਨਾ ਨਹੀਂ ਚਾਹੀਦਾ। ਸੋ ਇੰਨਾ ਵਿਚਾਰ ਕਰਦੇ ਹਾਂ, ਅਭਿਆਸ ਕਰਦੇ ਹਾਂ, ਬਹੁਤ ਸਾਰੀਆਂ ਭੁੱਲਾਂ ਹੋ ਜਾਂਦੀਆਂ ਹਨ। ਆਪ ਸੰਗਤ ਸਤਿਗੁਰੂ ਜੀ ਬਖਸ਼ਣਯੋਗ ਹੋ, ਬਖਸ਼ ਲੈਣਾ ਜੀ। ਇੰਨੀ ਕੁ ਬੇਨਤੀ ਪ੍ਰਵਾਨ ਕਰਨੀ ਜੀ। ਆਓ ਹੁਣ ਸਮਾਪਤੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।